Warm welcome, dear students, to another session of English. This session is for class 11th General English. This is a daily slide for revision sent by Department of School Education, Punjab. The topic today is advertisements. My dear students, advertisements is an important topic in 10 plus 1 class. Let us discuss what do we need in an advertisement and why do we need advertisement actually. First of all, let me tell you what is an advertisement. An advertisement is basically sharing or spreading information about something with an aim to attract people towards a product or service. ਪਿਆਰੇ ਬੱਚਿਓ, ਬਹੁਤ ਸਵਾਗਤ। ਤੁਸੀਂ ਟੈਲੀਵਿਜ਼ਨ ਤੇ ਔਰ ਵੱਖ-ਵੱਖ ਚੈਨਲਸ ਤੇ ਆਮ ਤੌਰ ਤੇ ਹੀ ਐਡਵਰਟੀਜ਼ਮੈਂਟਸ ਦੇਖਦੇ ਹੋ। ਐਡਵਰਟੀਜ਼ਮੈਂਟ ਇੱਕ ਖਾਸ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਜੋ ਇੰਨੇ ਆਕਰਸ਼ਕ ਤਰੀਕੇ ਨਾਲ ਦੂਸਰੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਕਿ ਸਾਡੇ ਪ੍ਰੋਡਕਟ ਵੱਲ, ਸਾਡੀ ਵਸਤੂ ਵੱਲ ਉਹਨਾਂ ਦਾ ਧਿਆਨ ਜਾਏ। ਜੋ ਐਡਵਰਟੀਜ਼ਮੈਂਟ ਹੈ ਉਸ ਦਾ ਆਕਰਸ਼ਕ ਹੋਣਾ ਜਾਂ ਦੂਸਰੇ ਦਾ ਧਿਆਨ ਆਪਣੇ ਵੱਲ ਖਿੱਚਣਾ ਬਹੁਤ ਜ਼ਰੂਰੀ ਹੈ। ਵਾਈ ਡੂ ਵੀ ਨੀਡ ਐਡਵਰਟੀਜ਼ਮੈਂਟ? ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਦੀ ਜ਼ਰੂਰਤ ਹੀ ਕਿਉਂ ਹੈ। We need advertisements to introduce new products, to increase sale of product or service, to create a new brand, to communicate any changes in the product line, to give requirement for a particular product or service. Dear students, ਐਡਵਰਟੀਜ਼ਮੈਂਟ ਦੀ ਜ਼ਰੂਰਤ ਸਾਨੂੰ ਉਦੋਂ ਪੈਂਦੀ ਹੈ ਜਦੋਂ ਅਸੀਂ ਕੋਈ ਨਵਾਂ ਪ੍ਰੋਡਕਟ, ਕੋਈ ਨਵੀਂ ਸੇਵਾ ਸ਼ੁਰੂ ਕਰਦੇ ਹਾਂ। ਜੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਡਕਟ, ਇਹ ਚੀਜ਼, ਸਾਡੀ ਵਸਤੂ, ਸਾਡਾ ਬ੍ਰਾਂਡ ਲੋਕਾਂ ਤੱਕ ਪਹੁੰਚੇ, ਉਸ ਲਈ ਸਾਡਾ ਇਸ ਨੂੰ ਐਡਵਰਟਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਐਡਵਰਟਾਈਜ਼ ਨਹੀਂ ਕਰਾਂਗੇ, ਅਗਰ ਅਸੀਂ ਕਿਸੇ ਨੂੰ ਨਹੀਂ ਦੱਸਾਂਗੇ ਤਾਂ ਲੋਕ ਸਾਡੇ ਪ੍ਰੋਡਕਟ ਤੱਕ ਕਿਵੇਂ ਪਹੁੰਚਣਗੇ ਅਤੇ ਸਾਡੀ ਸੇਲ ਕਿਵੇਂ ਹੋਵੇਗੀ। When we are going to advertise, we have to follow a format. ਜਦੋਂ ਵੀ ਅਸੀਂ ਐਡਵਰਟੀਜ਼ਮੈਂਟ ਤਿਆਰ ਕਰਾਂਗੇ, ਸਾਨੂੰ ਇੱਕ ਫਾਰਮੈਟ, ਇੱਕ ਉਸ ਦਾ ਪੂਰਾ ਢੰਗ ਤਰੀਕਾ ਹੋਏਗਾ, ਉਸ ਤਰ੍ਹਾਂ ਨਾਲ ਉਸਨੂੰ ਤਿਆਰ ਕਰਨਾ ਪਏਗਾ। ਫਸਟ ਆਫ ਆਲ, ਫਸਟ ਪਾਰਟ ਇਜ਼ ਹੈਡਲਾਈਨ। ਇਟ ਸ਼ੁੱਡ ਬੀ ਇਨ ਕੈਪੀਟਲਸ। ਇਸ ਲਈ ਜਦੋਂ ਵੀ ਅਸੀਂ ਆਪਣੀ ਐਡਵਰਟੀਜ਼ਮੈਂਟ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਸਿਰਲੇਖ ਦਿੰਦੇ ਹਾਂ। ਸਿਰਲੇਖ ਨੂੰ ਅਸੀਂ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ ਹੈ। ਦ ਪਰਪਸ ਆਫ ਦ ਹੈਡਲਾਈਨ ਇਜ਼ ਟੂ ਸੈਲ ਦ ਐਡ। ਕਿਉਂਕਿ ਸਾਡੇ ਸਿਰਲੇਖ ਨੇ ਹੀ ਸਭ ਤੋਂ ਪਹਿਲਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੈ, ਇਸ ਲਈ ਸਿਰਲੇਖ ਤੋਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਐਡਵਰਟੀਜ਼ਮੈਂਟ ਕਿਸ ਚੀਜ਼ ਬਾਰੇ ਹੈ। ਨੰਬਰ 2, ਬਾਡੀ ਆਫ ਦ ਐਡਵਰਟੀਜ਼ਮੈਂਟ। ਬਾਡੀ ਯਾਨੀ ਕਿ ਪੂਰੀ ਦੀ ਪੂਰੀ ਉਹ ਐਡਵਰਟੀਜ਼ਮੈਂਟ ਜੋ ਲੋਕ ਪੜ੍ਹਨਗੇ, ਜਿੱਥੋਂ ਉਹਨਾਂ ਨੂੰ ਪੂਰੀ ਜਾਣਕਾਰੀ ਮਿਲੇਗੀ। Content should be concise, relevant, self-explanatory and to the point. ਤੁਸੀਂ ਟੈਲੀਵਿਜ਼ਨ 'ਤੇ ਐਡਸ ਦੇਖਦੇ ਹੋ। ਐਡਸ ਕਿੰਨੀ ਦੇਰ ਦੀ ਹੁੰਦੀ ਹੈ? 20 ਸੈਕਿੰਡ ਦੀ, 30 ਸੈਕਿੰਡ ਦੀ। 20 ਜਾਂ 30 ਸੈਕਿੰਡ ਦੇ ਵਿੱਚ ਉਹ ਆਪਣੀ ਪੂਰੀ ਗੱਲ ਕਹਿ ਜਾਂਦੇ ਹਨ। ਇਸ ਲਈ ਵਧੀਆ ਐਡਵਰਟੀਜ਼ਮੈਂਟ, ਵਧੀਆ ਇਸ਼ਤਿਹਾਰ ਉਹੀ ਹੁੰਦਾ ਹੈ ਜਿਸ ਦਾ ਕੰਟੈਂਟ ਕੰਸਾਈਜ਼ ਹੋਵੇ। ਬਹੁਤ ਲੈਂਥੀ ਐਡਵਰਟੀਜ਼ਮੈਂਟ ਨਹੀਂ ਹੋਣੀ ਚਾਹੀਦੀ। ਰੈਲੇਵੈਂਟ ਹੋਵੇ, ਲੋਕਾਂ ਦੀ ਜ਼ਿੰਦਗੀ ਨਾਲ ਮੇਲ ਖਾਂਦਾ ਹੋਵੇ, ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਹੋਵੇ। ਸੈਲਫ ਐਕਸਪਲੇਨੇਟਰੀ, ਤੁਹਾਨੂੰ ਜ਼ਿਆਦਾ ਸਮਝਾਉਣਾ ਨਾ ਪਵੇ, ਤੁਹਾਡੀ ਐਡਵਰਟੀਜ਼ਮੈਂਟ ਦੇਖ ਕੇ ਹੀ ਗੱਲ ਜ਼ਿਆਦਾ ਸਮਝ ਆ ਜਾਣੀ ਚਾਹੀਦੀ ਹੈ। ਐਂਡ ਟੂ ਦ ਪੁਆਇੰਟ, ਉਸ ਦੇ ਵਿੱਚ ਵਾਧੂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਦ ਪਰਪਸ ਆਫ ਦ ਬਾਡੀ ਇਜ਼ ਟੂ ਸੈਟ ਅਪ ਦ ਕਾਲ ਟੂ ਐਕਸ਼ਨ। ਇਹ ਬਾਡੀ ਜਾਂ ਇਹ ਜਾਣਕਾਰੀ ਇੰਨੀ ਵਧੀਆ ਹੋਣੀ ਚਾਹੀਦੀ ਹੈ ਕਿ ਅਗਲਾ ਐਕਸ਼ਨ ਲਵੇ ਅਤੇ ਤੁਹਾਡੇ ਪ੍ਰੋਡਕਟ ਨੂੰ ਖਰੀਦੇ। ਨੰਬਰ 3, call to action. The purpose of the call to action is to elicit response. ਇਸ ਲਈ ਅਸੀਂ ਐਡਵਰਟੀਜ਼ਮੈਂਟ ਦੇ ਵਿੱਚ ਕੁਝ ਅਜਿਹਾ ਅਰੇਂਜਮੈਂਟ ਵੀ ਕਰਦੇ ਹਾਂ ਜਿਸ ਦੇ ਨਾਲ ਸਾਨੂੰ ਪਬਲਿਕ ਦਾ ਰਿਸਪੌਂਸ ਮਿਲੇ। ਅਸੀਂ ਫ਼ੋਨ ਨੰਬਰ ਦੇ ਦਿੰਦੇ ਹਾਂ, ਈਮੇਲ ID ਦੇ ਦਿੰਦੇ ਹਾਂ। ਅਸੀਂ ਉਹਨਾਂ ਨੂੰ ਅੱਗੇ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਗਾਈਡੈਂਸ ਵੀ ਦਿੰਦੇ ਹਾਂ ਆਪਣੇ ਪ੍ਰੋਡਕਟ ਬਾਰੇ। ਨਾਓ ਆਈ ਹੈਵ ਅ ਫਿਊ ਐਗਜ਼ਾਮਪਲਸ। ਫਸਟ ਐਡਵਰਟੀਜ਼ਮੈਂਟ ਇਜ਼ ਫॉर ਸਿਚੁਏਸ਼ਨ ਵੇਕੈਂਟ। ਸੋ ਪਹਿਲੀ ਉਦਾਹਰਨ ਤੁਹਾਡੇ ਸਾਹਮਣੇ ਹੈ। ਅਗਰ ਕਿਤੇ ਕੋਈ ਜੋਬ ਦੇ ਲਈ ਸਥਾਨ ਖਾਲੀ ਹੈ। ਹੁਣ ਅਸੀਂ ਇਸ ਐਡਵਰਟੀਜ਼ਮੈਂਟ 'ਚ ਦੇਖ ਰਹੇ ਹਾਂ ਸਿਗਮਾ ਸਕੂਲ ਆਫ ਸਾਇੰਸ, ਰਾਮਪੁਰ ਰੋਡ, ਧਰਮਸ਼ਾਲਾ। ਇਸ ਸਕੂਲ ਵੱਲੋਂ ਐਡਵਰਟੀਜ਼ਮੈਂਟ ਦਿੱਤੀ ਜਾ ਰਹੀ ਹੈ। ਇਹਨਾਂ ਨੂੰ ਅਧਿਆਪਕਾਂ ਦੀ ਜ਼ਰੂਰਤ ਹੈ। ਉਹ ਕਿਸ ਤਰ੍ਹਾਂ ਲਿਖਦੇ ਹਨ? ਅਰਜੈਂਟਲੀ ਰਿਕੁਆਇਰਡ ਟੀਚਰਸ, ਲੈਕਚਰਰਸ, MA, MSc, BEd
ਇੰਗਲਿਸ਼ 2, ਕੈਮਿਸਟਰੀ ਫਿਜ਼ਿਕਸ 2, ਮੈਥਮੈਟਿਕਸ 2, ਬਾਇਓਲੋਜੀ 1। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਦੱਸਿਆ ਕਿ ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਖਾਲੀ 3 ਸ਼ਬਦਾਂ ਦੇ ਵਿੱਚ ਉਹਨਾਂ ਨੇ ਇਸ ਨੂੰ ਐਕਸਪਲੇਨ ਕਰਤਾ। ਅਰਜੈਂਟਲੀ ਰਿਕਵਾਇਰਡ ਟੀਚਰਸ, ਅਧਿਆਪਕਾਂ ਦੀ ਜ਼ਰੂਰਤ ਹੈ। ਲੈਕਚਰਰਸ ਅਤੇ ਲੈਕਚਰਰਾਂ ਦੀ ਜ਼ਰੂਰਤ ਹੈ। ਫਿਰ ਉਹਨਾਂ ਨੇ ਅਗਲੀ ਹੀ ਲਾਈਨ ਦੇ ਵਿੱਚ ਪੂਰੀ ਕੁਆਲੀਫਿਕੇਸ਼ਨ ਵੀ ਦੱਸ ਦਿੱਤੀ ਕਿ ਜਾਂ MA ਹੋਵੇ ਜਾਂ MSc ਹੋਵੇ, ਨਾਲ B.Ed ਕੀਤੀ ਹੋਵੇ। ਨਾਲ ਦੀ ਨਾਲ ਤੁਸੀਂ ਦੇਖ ਰਹੇ ਹੋ ਕਿ ਇਹ ਵੀ ਦੱਸਿਆ ਹੈ ਕਿ ਇੰਗਲਿਸ਼ ਦੇ ਕਿੰਨੇ ਅਧਿਆਪਕ ਚਾਹੀਦੇ ਹਨ, ਕੈਮਿਸਟਰੀ ਫਿਜ਼ਿਕਸ ਦੇ ਕਿੰਨੇ, ਮੈਥਮੈਟਿਕਸ ਦੇ ਕਿੰਨੇ, ਬਾਇਓਲੋਜੀ ਦੇ ਕਿੰਨੇ। ਸੋ ਪਹਿਲੇ ਸਾਡੀ ਇੰਸਟੀਟਿਊਸ਼ਨ ਦਾ ਨਾਮ ਆ ਗਿਆ, ਫਿਰ ਕਿਸ ਚੀਜ਼ ਦੀ ਸਾਨੂੰ ਜ਼ਰੂਰਤ ਹੈ ਉਸ ਦਾ ਨਾਮ ਆ ਗਿਆ, ਫਿਰ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਔਰ ਕਿੰਨੇ ਲੋਕ ਚਾਹੀਦੇ ਹਨ। ਲਾਸਟ 'ਤੇ ਉਹ ਚੀਜ਼ ਜਿਸ ਦੇ ਵਿੱਚ ਸਭ ਦਾ ਧਿਆਨ ਹੁੰਦਾ ਹੈ, ਯਾਨੀ ਕਿ ਕੋਈ ਜੋਬ ਸਾਡੇ ਕੋਲ ਕਰਨ ਆਏਗਾ ਤਾਂ ਕਿਸ ਚੀਜ਼ ਲਈ ਕਰਨ ਆਏਗਾ, ਸੈਲਰੀ ਲਈ। ਸੈਲਰੀ ਐਜ਼ ਪਰ HP ਗੌਰਮੈਂਟ ਨੋਰਮਸ। ਸੋ ਸਰਕਾਰ ਦੀਆਂ ਨੋਰਮਸ ਦੇ ਅਨੁਸਾਰ ਸੈਲਰੀ, ਇਹ ਗੱਲ ਪਬਲਿਕ ਨੂੰ ਅਟਰੈਕਟ ਕਰਨ ਵਾਲੀ ਹੈ ਕਿਉਂਕਿ ਗੌਰਮੈਂਟ ਦੀਆਂ ਨੋਰਮਸ ਵਾਲੀ ਸੈਲਰੀ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਪ੍ਰੀਵੀਅਸ ਐਕਸਪੀਰੀਅੰਸ ਵਿਲ ਬੀ ਗਿਵਨ ਐਡਿਡ ਵੇਟੇਜ। ਫਿਰ ਅਸੀਂ ਉਹਨਾਂ ਨੂੰ ਇੱਕ ਖਾਸ ਜਾਣਕਾਰੀ ਵੀ ਦੇ ਰਹੇ ਹਾਂ ਕਿ ਜੇ ਤੁਹਾਡੇ ਕੋਲ ਪਹਿਲਾਂ ਦਾ ਅਨੁਭਵ ਹੈ ਤਾਂ ਅਸੀਂ ਤੁਹਾਨੂੰ ਪ੍ਰੈਫਰੈਂਸ ਦੇਵਾਂਗੇ, ਅਸੀਂ ਤੁਹਾਨੂੰ ਰੱਖਣ ਦੇ ਵਿੱਚ ਪਹਿਲ ਦੇਵਾਂਗੇ। ਸੋ ਫਿਰ ਅਸੀਂ ਆਪਣਾ ਈਮੇਲ ID ਦੇ ਦਿੰਦੇ ਹਾਂ, ਈਮੇਲ ਯੂਰ ਰਿਜ਼ਿਊਮੇ ਐਟ ਦਿਸ। ਸੋ ਈਮੇਲ ID ਜਾਂ ਕੰਟੈਕਟ ਨੰਬਰ ਜਾਂ ਫੋਨ ਨੰਬਰਸ ਅਸੀਂ ਬਿਲਕੁਲ ਐਂਡ 'ਤੇ ਦਿੰਦੇ ਹਾਂ। Now the second advertisement is for admission notice. This is an admission notice for Babeke Institute of Nursing VPO Dadar Moga. So एक institute है nursing ਦਾ। Direct admission 20 MSc nursing ਕਰਵਾ ਰਹੇ ਨੇ ਔਰ 20 admission ਜਿਹੜੀਆਂ ਨੇ ਉਹ ਮੰਗੀਆਂ ਜਾ ਰਹੀਆਂ ਨੇ। PM NET qualified appeared BSc nursing with 1 year experience before or after post basic nursing। ਸੋ ਅਸੀਂ ਫਿਰ ਹੁਣ ਉਹਨਾਂ ਦੀ ਅੱਗੋਂ ਕੁਆਲੀਫਿਕੇਸ਼ਨ ਲਿਖ ਰਹੇ ਹਾਂ ਕਿ ਕਿਹੜੇ ਲੋਕ ਇਸ BSc nursing ਦੇ ਵਿੱਚ ਹਿੱਸਾ ਲੈ ਸਕਦੇ ਨੇ। BSc nursing PP MET qualified appeared 10+2 PCB 45% marks। ਸੋ MSc nursing ਲਈ ਅਲੱਗ ਕੁਆਲੀਫਿਕੇਸ਼ਨ ਹੈ ਔਰ BSc nursing ਲਈ ਅਲੱਗ ਕੁਆਲੀਫਿਕੇਸ਼ਨ ਹੈ। ਨੰਬਰ 3 ਸਿਕਿਉਰਿਟੀ ਸਰਵਿਸਿਜ਼ ਓਪਰਚੁਨਿਟੀ। ਹੁਣ ਅਸੀਂ ਤੀਸਰੀ ਐਡਵਰਟੀਜ਼ਮੈਂਟ ਦੇਖ ਰਹੇ ਹਾਂ। ਇਸ ਦੇ ਵਿੱਚ ਸਿਕਿਉਰਿਟੀ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿਉਂਕਿ ਅਸੀਂ ਉਹਨਾਂ ਦੀ ਸਿਕਿਉਰਿਟੀ ਸਰਵਿਸਿਜ਼ ਲੈਣਾ ਚਾਹੁੰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਸਰਵਿਸਿਜ਼ ਦੇ ਕੰਪਨੀ ਦਾ ਨਾਮ ਲਿਖਾਂਗੇ, ਜ਼ੀਬਰਾ ਸਟਰਾਈਪਸ ਡਿਟੈਕਟਿਵਸ ਐਂਡ ਸਿਕਿਉਰਿਟੀ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ। ਇਹ ਸਾਡੀ ਕੰਪਨੀ ਦਾ ਨਾਮ ਆ ਗਿਆ ਸਭ ਤੋਂ ਪਹਿਲੇ। ਆਲਸੋ ਟ੍ਰੇਨਡ ਅੰਡਰ ਨੈਸ਼ਨਲ ਡਿਟੈਕਟਿਵਸ ਐਸੋਸੀਏਸ਼ਨ ਐਕਟ ਐਂਡ ਰਿਕਵਰੀ ਏਜੰਟਸ। ਤਾਂ ਉਹਨਾਂ ਨੇ ਕਿੱਥੋਂ ਆਪਣੀ ਟ੍ਰੇਨਿੰਗ ਲਈ ਹੈ ਉਸ ਇੰਸਟੀਚਿਊਟ ਦਾ ਵੀ ਨਾਂ ਦਿੱਤਾ ਹੈ, ਅਕ੍ਰੈਡਿਟਿਡ ਬਾਈ ਇੰਡੀਅਨ ਇੰਸਟੀਚਿਊਟ ਆਫ ਬੈਂਕਿੰਗ ਐਂਡ ਫਾਈਨੈਂਸ। ਔਰ ਉਹਨਾਂ ਨੂੰ ਕਿੱਥੋਂ ਅਕ੍ਰੈਡੀਟੇਸ਼ਨ ਮਿਲੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਹੈ। ਐਜ਼ ਪਰ RBI ਗਾਈਡਲਾਈਨਸ, ਕਿਸ ਦੀਆਂ ਗਾਈਡਲਾਈਨਸ ਨੂੰ ਫੋਲੋ ਕੀਤਾ ਗਿਆ ਹੈ, ਰਿਜ਼ਰਵ ਬੈਂਕ ਆਫ ਇੰਡੀਆ। ਨਿਊ ਬੈਚ ਸਟਾਰਟਿੰਗ 21st of every month SCF 11/2017 ਮੋਹਾਲੀ। ਫਿਰ ਅਸੀਂ ਆਪਣਾ ਪੂਰਾ ਐਡਰੈਸ, ਆਪਣਾ ਈਮੇਲ ID ਔਰ ਪਤਾ, ਫੋਨ ਨੰਬਰ ਵਗੈਰਾ ਦੇ ਰਹੇ ਹਾਂ। ਨੈਕਸਟ ਐਡਵਰਟੀਜ਼ਮੈਂਟ ਇਜ਼ ਪ੍ਰੋਪਰਟੀ ਫॉर ਸੇਲ। ਇਹ ਪ੍ਰੋਪਰਟੀ ਦੀ ਐਡਵਰਟੀਜ਼ਮੈਂਟ ਹੈ ਬੱਚਿਓ। ਲੈਂਡ ਫॉर ਸੇਲ ਔਰ ਜੁਆਇੰਟ ਵੈਂਚਰ 10 acres ਲੈਂਡ ਫॉर ਸੇਲ। तो सब तो पहला ਅਸੀਂ ਦੱਸ ਰਹੇ ਹਾਂ ਕਿ ਕਿੰਨੀ ਜ਼ਮੀਨ ਹੈ ਜਿਹੜੀ ਉਹ ਵਿਕਾਊ ਹੈ। ਮੇਨ ਮੋਗਾ ਲੁਧਿਆਣਾ ਰੋਡ ਅਪਰੂਵਡ। ਫਿਰ ਅਸੀਂ ਉਸ ਦੀ ਬਾਕੀ ਜਾਣਕਾਰੀ ਦੇ ਰਹੇ ਹਾਂ ਕਿ ਜ਼ਮੀਨ ਕਿੱਥੇ ਹੈ। ਮੇਨ ਮੋਗਾ ਲੁਧਿਆਣਾ ਰੋਡ 'ਤੇ ਹੈ ਅਤੇ ਇਹ ਅਪਰੂਵਡ ਹੈ, ਇਸ ਨੂੰ ਅਪਰੂਵਲ ਮਿਲੀ ਹੋਈ ਹੈ। ਟੂਵਰਡਸ ਮੁੱਲਾਂਪੁਰ ਨੀਅਰ ਹਵੇਲੀ। ਤਾਂ ਇਹ ਪ੍ਰੋਪਰ ਸਥਾਨ ਹੈ ਜਿੱਥੇ ਇਹ ਜਗ੍ਹਾ ਅਵੇਲੇਬਲ ਹੈ। 300 feet ਰੋਡ ਸਾਈਡ ਫਰੰਟ। ਫਿਰ ਅਸੀਂ ਆਪਣੀ ਜ਼ਮੀਨ ਬਾਰੇ ਐਕਸਟਰਾ ਜਾਣਕਾਰੀ ਦੇਵਾਂਗੇ, ਕਿੰਨੀ ਜ਼ਮੀਨ ਹੈ, ਕਿਸ ਜਗ੍ਹਾ 'ਤੇ ਹੈ, ਬੈਸਟ ਫॉर ਸਕੂਲ, ਫਲੈਟਸ, ਇੰਸਟੀਚਿਊਟਸ, ਹੌਸਪੀਟਲਸ, ਕਿਸ ਚੀਜ਼ ਲਈ ਇਹ ਸਥਾਨ ਵਧੀਆ ਰਹੇਗਾ। ਵਿਲੇਜ ਦਾਖਾ ਲੁਧਿਆਣਾ, ਕੰਟੈਕਟ ਨੰਬਰ ਦੇ ਦੇਵਾਂਗੇ। ਐਡਵਰਟੀਜ਼ਮੈਂਟ ਨੰਬਰ 5 ਰਿਕੁਆਇਰਮੈਂਟ ਮੈਡੀਕਲ ਸਪੈਸ਼ਲਿਸਟ ਐਂਡ ਗਾਇਨੋਕੋਲੋਜਿਸਟ। ਹੁਣ ਇਹ ਇੱਕ ਐਡਵਰਟੀਜ਼ਮੈਂਟ ਹੈ ਜੋ ਕਿ ਡਾਕਟਰਸ ਜਾਂ ਮੈਡੀਕਲ ਸਪੈਸ਼ਲਿਸਟ ਮੰਗ ਰਹੀ ਹੈ। ਫॉर ਰਨਿੰਗ ਹॉस्पिटल ऑन ਮੋਗਾ ਫਿਰੋਜ਼ਪੁਰ ਰੋਡ ਮੋਗਾ ਔਨ ਸ਼ੇਅਰ ਔਰ ਸੈਲਰੀ ਬੇਸਿਸ। ਸੋ ਦੋ ਤਰੀਕੇ ਦੀ ਆਪਸ਼ਨ ਅਸੀਂ ਦੇ ਰਹੇ ਹਾਂ ਕਿ ਜੇ ਤੁਸੀਂ ਇਹ ਜੋਬ ਕਰੋਗੇ ਤੁਸੀਂ ਸ਼ੇਅਰ ਵੀ ਇਸ ਦੇ ਵਿੱਚ ਪਾ ਸਕਦੇ ਹੋ ਇਸ ਜੋਬ ਦੇ ਵਿੱਚ, ਜਾਂ ਫਿਰ ਸੈਲਰੀ।
1 ਰੈਜ਼ੀਡੈਂਟ ਔਨ ਸੈਲਰੀ ਬੇਸਿਸ, ਅਗਰ ਸੈਲਰੀ ਬੇਸਿਸ 'ਤੇ ਉਹਨਾਂ ਨੇ ਕਿਸੇ ਨੂੰ ਰੱਖਣਾ ਹੈ ਤਾਂ ਉਹਨਾਂ ਨੂੰ ਨਾਲ ਰੈਜ਼ੀਡੈਂਟ ਵੀ ਰਹਿਣਾ ਹੈ। ਫਿਰ ਅਸੀਂ ਆਪਣਾ ਫ਼ੋਨ ਨੰਬਰ ਦਿੱਤਾ, ਈਮੇਲ ਆਈਡੀ ਦਿੱਤੀ। 6th ਐਡਵਰਟੀਜ਼ਮੈਂਟ ਇਜ਼ ਫॉर ਮੈਟਰੀਮੋਨੀਅਲ। ਵਿਆਹ ਸ਼ਾਦੀ ਦੀਆਂ ਐਡਵਰਟੀਜ਼ਮੈਂਟਸ ਤੁਸੀਂ ਆਮ ਹੀ ਨਿਊਜ਼ਪੇਪਰਸ ਦੇ ਵਿੱਚ ਪੜ੍ਹੀਆਂ ਹੋਣੀਆਂ। ਉਸ ਦੇ ਵਿੱਚ ਅਸੀਂ ਆਪਣੇ ਲੜਕਾ ਜਾਂ ਲੜਕੀ ਬਾਰੇ ਜਾਣਕਾਰੀ ਦਿੰਦੇ ਹਾਂ ਅਤੇ ਉਹਨਾਂ ਲਈ ਸਪਾਊਸ ਲੱਭਦੇ ਹਾਂ। ਸੁਟੇਬਲ ਮੈਚ ਫॉर ਅ ਬਿਊਟੀਫੁਲ ਸਿੱਖ ਗਰਲ, ਕਲਚਰ, ਸਟੇਟਸ, ਫੈਮਿਲੀ। ਪਹਿਲੇ ਅਸੀਂ ਲੜਕੀ ਬਾਰੇ ਦੱਸਿਆ, ਉਸ ਦੇ ਸਿੱਖ ਪਰਿਵਾਰ ਬਾਰੇ ਦੱਸਿਆ, ਫਿਰ ਉਹਨਾਂ ਦੇ ਪਰਿਵਾਰ ਦੇ ਵਧੀਆ ਕਲਚਰ ਬਾਰੇ ਦੱਸਿਆ। 1985 ਬੌਰਨ, ਕਦੋਂ ਲੜਕੀ ਦਾ ਜਨਮ ਹੋਇਆ? 1985 'ਚ। 5 ਫੀਟ 4 ਇੰਚਜ਼ ਅਸੀਂ ਉਸਦੀ ਹਾਈਟ ਦੱਸਤੀ। BSc MBA ਅਸੀਂ ਉਸਦੀ ਕੁਆਲੀਫਿਕੇਸ਼ਨ ਦੱਸਤੀ। ਸੂਟੇਬਲ ਮੈਚਿਸ may send biodata, photo, email, then contact number। ਸੋ ਜਿਹੜੇ ਲੋਕ ਇਸ ਸਿੱਖ ਧਰਮ ਦੀ ਇਸ ਤਰ੍ਹਾਂ ਦੀ ਲੜਕੀ, ਇਸ ਹਾਈਟ, ਇਸ ਉਮਰ ਦੀ ਲੜਕੀ ਔਰ ਇਸ ਕੁਆਲੀਫਿਕੇਸ਼ਨ ਦੀ ਲੜਕੀ 'ਚ ਇੰਟਰਸਟਿਡ ਹੋਣ, ਆਪਣਾ ਬਾਇਓਡੇਟਾ ਜੋ ਹੈ ਉਹ ਇਸ ਈਮੇਲ ਆਈਡੀ 'ਤੇ ਭੇਜ ਸਕਦੇ ਆ। ਫਿਰ ਅਸੀਂ ਆਪਣਾ ਫ਼ੋਨ ਨੰਬਰ ਵੀ ਦਿੰਦੇ ਹਾਂ। Now dear students, department has given you exercises. Draft a classified advertisement for a washing machine. ਸੋ ਤੁਸੀਂ ਪਿਕਚਰ ਵੀ ਡਰਾਅ ਕਰ ਸਕਦੇ ਹੋ। ਵਾਸ਼ਿੰਗ ਮਸ਼ੀਨ ਦੀ ਇੱਕ ਛੋਟੀ ਜਿਹੀ ਐਡਵਰਟੀਜ਼ਮੈਂਟ ਬਾਕਸ ਬਣਾ ਕੇ ਤੁਸੀਂ ਲਿਖਣੀ ਹੈ। ਕਿਸ ਤਰ੍ਹਾਂ ਦੀ ਮਸ਼ੀਨ ਹੈ, ਕੀ ਉਸਦੇ ਫੀਚਰਸ ਹਨ, ਕਿਉਂ ਕੋਈ ਇਸ ਨੂੰ ਖਰੀਦੇ, ਉਸ ਦਾ ਪ੍ਰਾਈਸ ਕੀ ਹੈ ਔਰ ਮਸ਼ੀਨ ਖਰੀਦਣ ਲਈ ਕਿੱਥੇ ਕੰਟੈਕਟ ਕੀਤਾ ਜਾ ਸਕਦਾ ਹੈ। ਨੰਬਰ 2, ਡਰਾਫਟ ਐਨ ਐਡਵਰਟੀਜ਼ਮੈਂਟ ਫॉर ਅ ਫਰਨੀਚਰ ਐਗਜ਼ੀਬਿਸ਼ਨ। ਮੰਨ ਲਓ ਤੁਸੀਂ ਫਰਨੀਚਰ ਵੇਚਣਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਆਪਣੇ ਵੱਲੋਂ ਕੋਈ ਪ੍ਰਦਰਸ਼ਨੀ ਲਗਾ ਰਹੇ ਹੋ, ਉਸ ਦੇ ਬਾਰੇ ਐਡਵਰਟੀਜ਼ਮੈਂਟ। ਡਰਾਫਟ ਐਨ ਐਡਵਰਟੀਜ਼ਮੈਂਟ ਫॉर ਅ ਨਿਊ HD TV ਸ਼ੋਅਰੂਮ। ਤੁਹਾਡਾ TV ਸ਼ੋਅਰੂਮ ਖੁੱਲਿਆ ਨਵਾਂ, HD TV ਸ਼ੋਅਰੂਮ ਹੈ, ਉਸ ਸ਼ੋਅਰੂਮ ਦੀ ਐਡਵਰਟੀਜ਼ਮੈਂਟ। ਡਰਾਫਟ ਐਨ ਐਡਵਰਟੀਜ਼ਮੈਂਟ ਫॉर ਦ ਲੈਦਰ ਸ਼ॉप ਐਂਡ ਔਲ ਲੈਦਰ ਸਟੋਰ, ਜਿਸ ਦੇ ਉੱਤੇ ਲੈਦਰ ਦਾ ਹੀ ਹਰ ਤਰ੍ਹਾਂ ਦਾ ਸਮਾਨ ਮਿਲੇਗਾ, ਕੱਪੜੇ ਮਿਲਣਗੇ, ਟੂਲਸ ਮਿਲਣਗੇ, ਚੀਜ਼ਾਂ ਮਿਲਣਗੀਆਂ ਔਰ ਐਕਸੈਸਰੀਜ਼ ਮਿਲਣਗੀਆਂ ਸਾਡੇ ਲਈ, ਉਸ ਦੇ ਬਾਰੇ ਐਡਵਰਟੀਜ਼ਮੈਂਟ। ਨੰਬਰ 5 ਇਜ਼ ਡਰਾਫਟ ਐਨ ਐਡਵਰਟੀਜ਼ਮੈਂਟ ਫॉर ਐਨ ਇਲੈਕਟ੍ਰਿਕ ਕਾਰ। ਇਲੈਕਟ੍ਰਿਕ ਕਾਰ ਦੀ ਐਡਵਰਟੀਜ਼ਮੈਂਟ ਤੁਸੀਂ ਬਣਾਉਣੀ ਹੈ, ਕਾਰ ਡਰਾਅ ਕੀਤੀ ਜਾ ਸਕਦੀ ਹੈ ਔਰ ਉਸਦੇ ਇੰਟਰਸਟਿੰਗ ਫੀਚਰਸ ਲਿਖੇ ਜਾ ਸਕਦੇ ਹਨ। I hope you enjoyed the session for the advertisement, my dear students. For more information, you can go through the magazines and the newspapers and you can find the original ads and you can have the ideas from all those advertisements. We'll meet in next session. Till then, take care, subscribe the channel, also like and share with your family and friends. Thank you. Have a nice time.